बार फिर से हम सब प्रभु के वचनों में, प्रभु के चरणों में आने का प्रभु ने हमें सौभाग्य दिया है। ਪਰਮੇਸ਼ਰ ਦੇ ਨਾਮ ਦੀ ਤਾਰੀਫ ਹੋ ਕਿ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਆਪਣੇ ਕਦਮਾਂ ਵਿੱਚ ਬੈਠਣ ਦੇ ਲਈ ਮੌਕਾ ਦਿੱਤਾ ਹੈ। कितनों के लिए हो सकता है ये बहुत टाइम लगा रहे हैं। ਉਹ ਕਿੰਨਿਆਂ ਦੇ ਲਈ ਇਹ ਗੱਲ ਹੋਏਗੀ ਇਹ ਬੜਾ ਟਾਈਮ ਲਾਉਂਦੇ ਹੈ। याद रखना प्रभु का वचन क्या कहता है। ਯਾਦ ਰੱਖਣਾ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਹੈ। परमेश्वर इस्राएलियों को ज्यादा देखकर परखता था और भूखे रख के भी परखता था। ਪਰਮੇਸ਼ਰ ਇਸਰਾਏਲੀਆਂ ਨੂੰ ਜ਼ਿਆਦਾ ਦੇ ਕੇ ਵੀ ਪਰਖਦਾ ਸੀ ਤੇ ਭੁੱਖੇ ਰੱਖ ਕੇ ਵੀ ਪਰਖਦਾ ਸੀ। एक समय था जब उनके पास कुछ नहीं, वो खाने के लिए चिल्लाते थे। ਇੱਕ ਸਮਾਂ ਸੀ ਜਦੋਂ ਉਹਨਾਂ ਦੇ ਕੋਲ ਖਾਣ ਨੂੰ ਕੁਝ ਵੀ ਨਹੀਂ ਸੀ ਔਰ ਰੌਲਾ ਪਾਉਂਦੇ ਸੀ। एक समय जब उन्होंने बटेरे मांगे तो परमेश्वर ने इतना भरपूरी के साथ दिया। ਇੱਕ ਸਮਾਂ ਆਇਆ ਜਦੋਂ ਉਹਨਾਂ ਨੇ ਬਟੇਰਿਆਂ ਨੂੰ ਮੰਗਿਆ, ਮੀਟ ਮੰਗਿਆ ਤਾਂ ਪਰਮੇਸ਼ਰ ਨੇ ਭਰ ਭਰ ਕੇ ਉਹਨਾਂ ਨੂੰ ਦਿੱਤਾ। क्यों? ਕਿਉਂ? ऐसा क्या था भाई साहब? ਇਸ ਤਰ੍ਹਾਂ ਕਿਉਂ ਸੀ? क्या परमेश्वर ऐसे ही उनको ऐसे ही नाश करना चाहता था? ਕਿ ਪਰਮੇਸ਼ਰ ਉਹਨਾਂ ਨੂੰ ਇਸੇ ਤਰ੍ਹਾਂ ਨਾਸ਼ ਕਰਨਾ ਚਾਹੁੰਦਾ ਸੀ? क्यों परमेश्वर ने उनको ज्यादा भरपूरी के साथ क्यों दिया इतना? ਕਿਉਂ ਪਰਮੇਸ਼ਰ ਨੇ ਉਹਨਾਂ ਨੂੰ ਜ਼ਿਆਦਾ ਭਰ ਭਰ ਕੇ ਦਿੱਤਾ? ਕਿਉਂ? क्या परमेश्वर उनको जितना जरूरत है उतना भी दे सकता था? ਪਰਮੇਸ਼ਰ ਉਹਨਾਂ ਨੂੰ ਜਿੰਨੀ ਉਹਨਾਂ ਨੂੰ ਜ਼ਰੂਰਤ ਦੀ ਲੋੜ ਸੀ ਉਹਨਾਂ ਵੀ ਦੇ ਸਕਦਾ ਸੀ। आप क्या इस वचन से हम क्या बातें सीखते हैं? ਇਹਨਾਂ ਵਚਨਾਂ ਤੋਂ ਅਸੀਂ ਕਿਹੜੀਆਂ ਗੱਲਾਂ ਸਿੱਖਦੇ ਹਾਂ? परमेश्वर के स्वभाव की कौन सी बातों को हम सीख पाते हैं? ਪਰਮੇਸ਼ਰ ਦੇ ਸੁਭਾਅ ਦੀਆਂ ਕਿਹੜੀਆਂ ਕਿਹੜੀਆਂ ਅਸੀਂ ਗੱਲਾਂ ਸਿੱਖ ਸਕਦੇ ਹਾਂ? क्योंकि वो परमेश्वर के सामने हम अपने आप को किस प्रकार से दे सकते हैं? ਉਸ ਪਰਮੇਸ਼ਰ ਦੇ ਸਾਹਮਣੇ ਆਪਣੇ ਆਪ ਨੂੰ ਕਿਸ ਪ੍ਰਕਾਰ ਰੱਖ ਸਕਦੇ ਹਾਂ? परमेश्वर हमें जरूरत से ज्यादा बढ़कर क्यों देता है? ਪਰਮੇਸ਼ਰ ਸਾਨੂੰ ਲੋੜ ਤੋਂ ਵੱਧ ਕੇ ਕਿਉਂ ਦਿੰਦਾ ਹੈ? क्योंकि जब ऐसे भूखे हैं तो ਕਿੰਨੇ ਜਗ੍ਹਾ ਇਸ ਤਰ੍ਹਾਂ ਹੀ ਲੋਕ ਭੁੱਖੇ ਰਹਿੰਦੇ ਹਨ। लेकिन वो प्रभु मुझे इतना भरपूरी के साथ क्यों दे रहा है? ਉਹ ਪਰਮੇਸ਼ਰ ਮੈਨੂੰ ਇੰਨਾ ਜ਼ਿਆਦਾ ਕਿਉਂ ਦੇ ਰਿਹਾ ਹੈ? मैं उस ज्यादा को लेके बैठना नहीं है। ਮੈਂ ਉਹ ਜਿਹੜਾ ਜ਼ਿਆਦਾ ਮੇਰੇ ਕੋਲੇ ਆਇਆ ਮੈਂ ਉਹਨੂੰ ਲੈ ਕੇ ਨਹੀਂ ਬੈਠੇ ਰਹਿਣਾ। मेरे परमेश्वर की योजना क्या है? ਮੇਰੇ ਪਰਮੇਸ਼ਰ ਦੀ ਮੇਰੇ ਲਈ ਪ੍ਰੋਗਰਾਮ ਕੀ ਹੈ? वो मुझे ज्यादा क्यों मिल रहा है? ਉਹ ਮੈਨੂੰ ਜ਼ਿਆਦਾ ਕਿਉਂ ਦੇ ਰਿਹਾ ਹੈ? मेरे जीवन में खालीपन ना रहे, ਉਹ ਮੇਰੇ ਜੀਵਨ ਦੇ ਵਿੱਚ ਖਾਲੀਪਨ ਨਾ ਰਵੇ। मेरे जीवन में कमजोरी ना रहे। ਮੈਂ ਆਪਣੇ ਜੀਵਨ ਵਿੱਚ ਕਮਜ਼ੋਰ ਨਾ ਹੋ यदि ਜਾਵਾਂ। मैं कमजोर हो गया, ਜੇ ਮੈਂ ਕਮਜ਼ੋਰ ਹੋ मैं ਗਿਆ किसी को प्रफुल्लित नहीं कर ਮੈਂ पाऊंगा। ਕਿਸੇ ਨੂੰ ਵੀ ਆਸ਼ੀਰਵਾਦ ਨਹੀਂ ਕਰ ਸਕਦਾ। इसलिए यीशु मसीह की सेवकाई में ਇਸ ਲਈ ਯਿਸੂ मसीह ਦੀ ਸੇਵਾ ਦੇ ਵਿੱਚ 3.5 साल यीशु मसीह चरणों को साथ लेकर चला है। ਜਦ 3 ਸਾਲ 6 ਮਹੀਨੇ ਪ੍ਰਭु ਯਿਸੂ ਮਸੀਹ ਲੋਕਾਂ ਨੂੰ ਨਾਲ ਲੈ ਕੇ ਗਿਆ। आपको 3 दिन की क्लास करनी पड़ जाए, आपको आपका प्रेशर हाई हो जाएगा। ਜਿਸ ਦਾ ਸਾਨੂੰ 3 ਦਿਨਾਂ ਦੀ ਬੰਦਗੀ ਕਰਨੀ ਪਵੇ ਸਾਡਾ ਬਲੱਡ ਵੱਧ ਜਾਂਦਾ ਹੈ। अरे इतना टाइम? ਉਹ ਇੰਨਾ ਟਾਈਮ हमारे पास इतना टाइम नहीं है भाई साहब। ਸਾਡੇ ਕੋਲ ਇੰਨਾ ਟਾਈਮ ਨਹੀਂ ਹੈ। यीशु मसीह कितने साल लेकर चला? ਪ੍ਰਭੂ ਯਿਸੂ ਮਸੀਹ ਕਿੰਨੇ ਸਾਲ ਲੈ ਕੇ ਚੱਲਿਆ ਉਹਨਾਂ हर रोज की क्लास जो रोज चलती रहती थी। ਅਤੇ ਉਹਨਾਂ ਦੀਆਂ ਜਿਹੜੀਆਂ ਬਾਈਬਲ ਕਲਾਸਾਂ ਸੀ ਦਿਨ ਤੱਕ ਚੱਲਦੀਆਂ ਰਹਿੰਦੀਆਂ। क्यों? ਕਿਉਂ? ये ऐसे बन जाए ਉਹ ਇਹੋ ਜਿਹੇ ਬਣ ਜਾ आज जो सिखाया जा रहा है ਜਿਹੜਾ ਅੱਜ ਸਿਖਾਇਆ ਜਾਂਦਾ ਹੈ। वो इनको शायद अच्छा नहीं लगता होगा। ਅੱਜ ਇਹਨਾਂ ਨੂੰ ਚੰਗਾ ਨਹੀਂ ਲੱਗਦਾ एक समय आएगा ਪਰ ਇੱਕ ਸਮਾਂ ਆਊਗਾ जो सिखाया गया है ਜਿਹੜੀਆਂ ਗੱਲਾਂ ਸਿਖਾਈਆਂ ਗਈਆਂ ਆ उसका काम करेगी। ਪੱਕਾ ਕੰਮ ਕਰਨਗੀਆਂ। हालेलुया। ਹਾਲੇਲੂਇਆ। प्रथम शताब्दी के संत लोग इतने मजबूत होने का कारण क्या थे? ਪਹਿਲੀ ਸਦੀ ਦੇ ਸੰਤ ਲੋਕ ਇੰਨੇ ਮਜ਼ਬੂਤ ਕਿਉਂ ਸੀ? कलीसिया इतनी मजबूत क्यों थी? ਉਹਨਾਂ ਦੀ ਉਹ ਕਲੀਸਿया ਇੰਨੀ ਮਜ਼ਬੂਤ ਕਿਉਂ ਸੀ? संत पौलुस ने लिखा रात भर रह के उनके बीच में, रात दिन रह के उनके बीच में प्रभु के वचन की शिक्षा देते ਪ੍ਰਭੂ थे। ਦਾ ਦਾਸ ਪੌਲਸ ਕਹਿੰਦਾ ਰਾਤ ਦਿਨ ਰਹਿ ਕੇ ਉਹਨਾਂ ਨੂੰ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਦਿੰਦੇ ਸੀ। संत पौलुस प्रभु के पास जब चले तो शहीद हो गए तो ਜਦ ਪ੍ਰਭੂ ਦਾ ਦਾਸ ਪੌਲਸ ਪ੍ਰਭੂ ਦੇ ਕੋਲ ਆਪਣਾ ਸਫ਼ਰ ਪੂਰਾ ਕਰਕੇ ਚਲਿਆ ਗਿਆ विश्वासी खिंड फुंड नहीं गए थे। ਉਹ ਵਿਸ਼ਵਾਸੀ ਖਿੱਲਰ ਖੁੱਲਰ ਨਹੀਂ ਗਏ। उन्होंने वो किया जो सोचने से भी बाहर है। ਉਹਨਾਂ ਨੇ ਉਹ ਕੰਮ ਕੀਤੇ ਜਿਹੜੇ ਸੋਚਣ ਤੋਂ ਵੀ ਬਾਹਰ ਆ। कारण क्या था? ਕਾਰਨ ਕੀ ਹੈ? वो जो रात दिन उन्होंने मेहनत करके सीखा है ना, ਉਹ ਜਿਹੜੀਆਂ ਰਾਤ ਦਿਨ ਮਿਹਨਤ ਕਰਕੇ ਗੱਲਾਂ ਉਹਨਾਂ ਨੇ ਸਿੱਖੀਆਂ ਆ वो बैठने नहीं देती ਉਹ थी। ਉਹਨਾਂ ਨੂੰ ਚੁੱਪ ਕਰਕੇ ਬੈਠਣ ਨਹੀਂ मैंने ਦਿੰਦੀਆਂ। पर कल भी आपको बताया, ਮੈਂ ਤੁਹਾਨੂੰ ਕੱਲ ਵੀ ਦੱਸਿਆ एजरा निपुण शास्त्री तो बन गया। ਉਹ ਐਸਰਾ ਪਰਮੇਸ਼ਰ ਦੀ ਵਿਵਸਥਾ ਦਾ ਪੂਰਾ ਗਿਆਨੀ ਤੋਂ ਬਣ ਗਿਆ। परमेश्वर जिसकी समझ खोलता वचन उसी को समझ में आता ਪਰ है। ਪਰਮੇਸ਼ਰ ਜਿਹਨੂੰ ਆਪਣੀ ਜਿਸ ਦੀ ਸਮਝ ਖੋਲਦਾ ਹੈ ਪਰਮੇਸ਼ਰ ਉਹਨੂੰ ਹੀ ਆਪਣਾ ਵਚਨ ਦਿੰਦਾ वचन में लिखा ਹੈ। ये वही एजरा है। ਵਚਨ ਚ ਲਿਖਿਆ ਹੈ ਉਹੀ ਐਜ਼ਰਾ ਆ। हमने पढ़ा था वचन में से, एजरा की पुस्तक में से, ਅਸੀਂ ਪੜਿਆ ਪ੍ਰਭੂ ਦੇ ਵਚਨ ਚੋਂ ਐਜ਼ਰਾ ਦੀ ਕਿਤਾਬ जो ਚੋਂ यहोवा की व्यवस्था का पूर्ण शास्त्री है। ਉਹ ਯਹੋਵਾ ਦੀ ਵਿਵਸਥਾ ਦਾ ਪੂਰਾ ਗਿਆਨੀ ਹੈ। परमेश्वर ने क्यों ज्ञानी बनाया? ਉਹਨੂੰ ਪਰਮੇਸ਼ਰ ਨੇ ਕਿਉਂ ਪੂਰਾ ਗਿਆਨੀ ਬਣਾਇਆ? क्योंकि ये वो काम करेगा जो यरूशलेम में बैठे हुए याजक नहीं कर पा रहे हैं। ਇਹ ਉਹ ਕੰਮ ਕਰੇਗਾ ਜਿਹੜੇ ਯਰੂਸ਼ਲਮ ਦੇ ਵਿੱਚ ਬੈਠੇ ਜਾਜਕ ਨਹੀਂ ਕਰਨਗੇ। हालेलुया।
इसलिए मैं बोलता हूँ आपको जितना मिले प्रभु का धन्यवाद करें। ਉਹ ਮੈਂ ਕਹਿੰਦਾ ਜਿੰਨਾ ਤੁਹਾਨੂੰ ਮਿਲਿਆ ਪ੍ਰਭੂ ਦਾ ਧੰਨਵਾਦ ਕਰਿਆ ਕਰੋ। बहुत ही ये ना सोचे हाय कब आमीन करेंगे, अच्छा दोपहर के बाद जाएंगे घर पे। ਉਹ ਕਈ ਤਾਂ ਇਹ ਸੋਚਦੇ ਹੋਣਗੇ ਕਿ ਕਦੋਂ ਇਹ ਆਮੀਨ ਕਰਨਗੇ ਤੇ ਕਦੋਂ ਅਸੀਂ ਘਰਾਂ ਨੂੰ ਜਾਈਏ। आपके मन को परमेश्वर देख रहा है, ਉਹ ਸਾਡੇ ਇੱਕ ਇੱਕ ਦੇ ਮਨਾਂ ਨੂੰ ਪਰਮੇਸ਼ਰ ਦੇਖ ਰਿਹਾ ਆ। इससे अकड़ा नहीं है भाई ਉਹ साहब। ਵਚਨ ਨੂੰ ਸਿੱਖਦੇ ਸਿੱਖਦੇ ਅੱਕਣਾ ਨਹੀਂ ਆ ਭਰਾ ਜੀ। हालेलुया। मैं बोलता हूँ आप इसको आत्मा में लोगे तो कभी थकावट नहीं होगी। ਉਹ ਜੇ ਤੁਸੀਂ ਇਸ ਵਚਨ ਨੂੰ ਆਤਮਾ ਵਿੱਚ ਲਓਗੇ ਕਦੇ ਵੀ ਥੱਕੋਗੇ ਨਹੀਂ। बुद्धि में लोगे ना, शरीर में कुछ बातों को लेके चलोगे, ਜੇ ਸਰੀਰ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਚੱਲਾਂਗੇ ये आपके लिए एक बर्बादी का कारण भी बन ਇਹ सकता है। ਆਪ ਦੇ ਲਈ ਮੌਤ ਦਾ ਕਾਰਨ ਵੀ ਹੋ ਸਕਦਾ ਆ। हालेलुया। हम वचन सीखने के लिए एक बार फिर से जब हम इकट्ठे हैं, ਜਦੋਂ ਅਸੀਂ ਵਚਨ ਸਿੱਖਣ ਦੇ ਲਈ ਇੱਕ ਵਾਰ ਫਿਰ ਇਕੱਠੇ ਹੋਏ ਆ। यीशु कितने साल ਯੀਸ਼ੂ ਕਿੰਨੇ ਸਾਲ लेके चला? ਕਿੰਨੇ ਸਾਲ ਯੀਸ਼ੂ ਆਪਣੇ ਚੇਲਿਆਂ ਨੂੰ ਲੈ ਕੇ ਚੱਲਿਆ। 3.5 साल बिना वो अपना घर बार सब कुछ छोड़ के यीशु के साथ ही थे। ਉਹ 3 ਸਾਲ 6 ਮਹੀਨੇ ਸਾਰਾ ਕੁਝ ਆਪਣਾ ਘਰ-ਬਾਰ ਛੱਡ ਕੇ ਯੀਸ਼ੂ ਦੇ ਮੰਗਰ ਚੱਲ ਪਏ। हम बोले आपको भी छोड़ोगा, हमारे साथ चलो, 3 साल ਉਹ चलोगे। ਤੁਹਾਨੂੰ ਦੱਸਿਆ ਜਾਏ ਕਿ ਤੁਸੀਂ ਇਹ ਸਭ ਕੁਝ ਛੱਡ ਦਿਓ ਸਾਡੇ ਮੰਗਰ ਚੱਲੋਗੇ। सोचेंगे यार हमारे पास एक दिन का टाइम नहीं है, ਉਹ ਸੋਚਾਂਗੇ ਸਾਡੇ ਕੋਲ ਤਾਂ ਇੱਕ ਦਿਨ ਦਾ ਟਾਈਮ ਵੀ ਨਹੀਂ एक ਹੈ। दिन का टाइम नहीं, फिर वहीं के वहीं रहोगे। ਉਹ ਜੇ ਇੱਕ ਦਿਨ ਦਾ ਵੀ ਸਮਾਂ ਨਹੀਂ ਤੇ ਫਿਰ ਉੱਥੇ ਦੇ ਉੱਥੇ ਹੀ ਰਹਿ ਜਾਓਗੇ। सोच तो बड़ी रखी है पत्रस वाली, मैं ये कर दूंगा वो कर दूंगा। ਉਹ ਸੋਚਦਾ ਪ੍ਰਭੂ ਦੇ ਦਾਸ ਪਤਰਸ ਵਾਲੀ ਰੱਖੀ ਮੈਂ ਉਲਟਾ ਪੁਲਟਾ ਕਰ मैं ਦੂੰਗਾ। पौलुस की तरह पूरी दुनिया को हिला दूंगा। ਮੈਂ ਪੌਲਸ ਦੀ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਜਾਊਂਗਾ। पौलुस वचन में लिखा, उसके विषय में पढ़ लेना क्या जीवन था। ਪੌਲਸ ਦੇ ਜੀਵਨ ਬਾਰੇ ਪੜ੍ਹ ਲੈਣਾ ਵਚਨ 'ਚ ਲਿਖਿਆ ਆ। इतना वचन सीखने के बाद भी ਇਹਨਾਂ ਵਚਨ ਸਿੱਖਣ ਦੇ ਬਾਵਜੂਦ ਵੀ कितने साल वो अकेले परमेश्वर के साथ बिताए हैं। ਉਹ ਕਿੰਨਾ ਸਾਲ ਉਹ ਪਰਮੇਸ਼ਰ ਦੇ ਕਦਮਾਂ ਦੇ ਵਿੱਚ ਇਕੱਲਾ ਬੈਠਾ ਰਿਹਾ। ये वही पौलुस है जिसने गमलीएल के पास रहकर पूरी व्यवस्था पता है। ਇਹ ਉਹੀ ਪੌਲਸ ਹੈ ਜਿਸਨੇ ਗਮਲੀਏਲ ਦੇ ਚਰਨਾਂ ਦੇ ਵਿੱਚ ਬੈਠ ਕੇ ਪੂਰੀ ਵਿਵਸਥਾ ਨੂੰ ਸਿੱਖਿਆ। उससे अलग भी कितने साल ये अकेला परमेश्वर के साथ बैठा ਉਸਦੇ है। ਨਾਲ ਵੀ ਇਹ ਕਿੰਨੇ ਲੰਮੇ ਸਮੇਂ ਪ੍ਰਭੂ ਦੇ ਕਦਮਾਂ 'ਚ ਇਕੱਲਾ ਹੀ ਬੈਠਾ। अब ये बातें खुली है। ਤਦ ਇਹ ਸਾਰੀਆਂ ਗੱਲਾਂ ਖੁੱਲੀਆਂ ये ਆ। 14 पत्रियां ऐसे नहीं लिखी भाई साहब, ਇਹ 14 ਪੱਤਰੀਆਂ 13 पत्रियां ਇਸ ਤਰ੍ਹਾਂ ਨਹੀਂ ਲਿਖੀਆਂ। हमें तो लिखी समझ में नहीं आती, ਸਾਨੂੰ ਤਾਂ ਲਿਖੀਆਂ ਗੱਲਾਂ ਹੀ ਨਹੀਂ ਸਮਝ ਚ ਆਉਂਦੀਆਂ। उसके लिए भी आंखें हमारी नींद से भर जाती ਉਸ है। ਦੇ ਲਈ ਵੀ ਸਾਡੀਆਂ ਅੱਖਾਂ ਨੀਂਦ ਨਾਲ कोई ਭਰੀਆਂ। अपनी तरफ से भी कुछ दिखोगे क्या? ਉਹ ਕੋਈ ਆਪਣੀ ਤਰਫ ਤੋਂ ਵੀ ਦਿਖਾਓਗੇ। कोई अपनी तरफ से भी कोई मैसेज दोगे कलीसिया को? ਉਹ ਕੋਈ ਤੁਸੀਂ ਆਪਣੇ ਵੱਲੋਂ ਵੀ ਪ੍ਰਭੂ ਦੀ ਕਲੀਸਿया ਨੂੰ ये ਵਚਨ तो ਦਾ पौलुस के ਦੱਸੋਗੇ। ऊपर बातें प्रकट हुई, आपके ऊपर भी कुछ प्रकट करेगा। ਇਹ ਤਾਂ ਪੌਲਸ ਦੇ ਜੀਵਨ ਤੇ ਗੱਲਾਂ ਪ੍ਰਗਟ ਹੋਈਆਂ ਸਾਡੇ ਦੁਆਰਾ ਵੀ ਤਾਂ ਹੋਣਗੀਆਂ। करेगा कब? ਕਦੋਂ ਕਰੂਗਾ ਕਦੋਂ? जब समर्पण है आने दो। ਜਦੋਂ ਅਸੀਂ ਸਮਰਪਣ ਦੇ ਵਿੱਚ ਆਨੰਦ ਰਵਾਂਗੇ। जब समर्पण है कि आने दो, मुझे कौन प्रभु का वचन लेना है। ਜਦੋਂ ਇੱਕ ਸਮਰਪਣ ਹੋਏਗਾ ਕਿ ਆਨੰਦ ਵਿੱਚ ਹੋਰ ਵੀ ਪ੍ਰਭੂ ਦਾ ਵਚਨ ਲੈਣਾ ਆ। शैतान की चालाकी क्या है? ਸ਼ੈਤਾਨ ਦੀ ਚਲਾਕੀ ਕੀ ਹੈ? अरे बहुत वचन सीख लिया, ਉਹ ਬਹੁਤ ਵਚਨ ਸਿੱਖ ਲਿਆ। बस अब सीखने की जरूरत नहीं। ਹੁਣ ਸਿੱਖਣ ਦੀ ਜ਼ਰੂਰਤ ਨਹੀਂ। भैया फिर हमारे यीशु से पागल था, ਇਹ भरावो कि यीशु मसीह पागल सी जो 3.5 साल साथ में लेके सिखाया भाई साहब। ਜਿਹੜਾ 3.5 ਸਾਲ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਚੱਲਦਾ ਰਿਹਾ। पौलुस मतलब मैं घर घर में वचन सिखाने के लिए नहीं जिसका, ਉਹ ਪੌਲਸ ਪ੍ਰਭੂ ਦਾ ਦਾਸ ਕਹਿੰਦਾ ਮੈਂ ਘਰ ਘਰ ਜਾਣ ਵਿੱਚ ਤੋਂ ਨਹੀਂ ਰੁਕਿਆ। वो क्यों सिखा रहे थे? ਕਿਉਂ ਘਰ ਘਰ ਜਾ ये ਕੇ ਸਿਖਾ ਰਿਹਾ सीखी ਸੀ? बातें आपके जीवन में काम करेगी। ਉਹ ਇਹ ਸਿੱਖੀਆਂ ਹੋਈਆਂ ਗੱਲਾਂ ਹੀ ਤੁਹਾਨੂੰ ਵਿਸ਼ਵਾਸ ਵਿੱਚ ਖੜਾ एक ਕਰਨਗੀਆਂ। समय आएगा आपको ये वचन आपसे बात करेगा। ਉਹ ਇੱਕ ਸਮਾਂ ਆਊਗਾ ਇਹ ਵਚਨ ਤੁਹਾਡੇ ਨਾਲ ਗੱਲਾਂ ਕਰੇਗਾ। कोई मनुष्य बात करे या ना करे, ਕੋਈ ਮਨੁੱਖ ਸਾਡੇ ਨਾਲ ਗੱਲ ਕਰੇ ਜਾਂ ਨਾ ਕਰੇ परमेश्वर जरूर बात करता है। ਮਗਰ ਪ੍ਰਭੂ ਜ਼ਰੂਰ ਗੱਲ ਕਰੇਗਾ। हालेलुया। हमें खुशी होनी चाहिए वचन सीखने से। ਸਾਨੂੰ ਖੁਸ਼ੀ ਹੋਣੀ ਚਾਹੀਦੀ ਵਚਨ ਸਿੱਖਣ ਲਈ। हालेलुया। हम हमारे पहले जब बड़ा मन शौक रखते थे पहले भी हम वचन सीखने का, ਉਹ ਪਹਿਲਾਂ ਵੀ ਅਸੀਂ ਪ੍ਰਭੂ ਦਾ ਵਚਨ ਸਿੱਖਣ ਦੇ ਲਈ ਸ਼ੌਕ ਰੱਖਦੇ आज ਸੀ। भी एक भूख रहती है प्रभु के दास कब आएंगे। ਉਹ ਅੱਜ ਵੀ ਸਾਡੇ ਦਿਲ ਦੇ ਵਿੱਚ ਇੱਕ ਭੁੱਖ ਹੈ ਕਿ ਪ੍ਰਭੂ ਦਾ ਦਾਸ ਕਦੋਂ ਵਚਨ ਸਿਖਾਉਣ ਆਏਗਾ। हमारे अंदर भूख रहती है कि प्रभु के दास हमारे पास आते क्यों नहीं है। ਉਹ ਸਾਡੇ ਅੰਦਰ ਇੱਕ ਭੁੱਖ ਪਿਆਸ ਹੁੰਦੀ ਹੈ ਕਿ ਪ੍ਰਭੂ ਦੇ ਦਾਸ ਸਾਡੇ ਕੋਲੇ ਆਉਂਦੇ जबकि ਕਿਉਂ हम ਨਹੀਂ। कितने सालों से ये वचन सीख रहे हैं, ਜਦ ਕਿ ਅਸੀਂ ਕਿੰਨੇ ਸਮੇਂ ਤੋਂ ਇਹ ਵਚਨ ਸਿੱਖ ਰਹੇ ਹਾਂ। आज भी भूख क्यों है? ਅੱਜ ਵੀ ਅੰਦਰ ਭੁੱਖ ਕਿਉਂ ਹੈ? किसके लिए भूख है? ਕਿੰਦੇ ਲਈ ਭੁੱਖ ਆ? बच्चे के लिए भूख क्यों है? ਵਚਨ ਦੇ ਲਈ ਭੁੱਖ ਕਿਉਂ ਹੈ? जो आज की जरूरत है ਜਿਹੜੀ ਅੱਜ ਦੀ ਜ਼ਰੂਰਤ ਆ वो बाप मुझे आज प्रकट करके दे। ਉਹ ਪ੍ਰਭੂ ਅੱਜ ਹੀ ਸਾਨੂੰ ਪ੍ਰਗਟ ਕਰਕੇ ਦੇਗਾ। वो परमेश्वर अपने वचन से हमें प्रकट करके दे। ਪਰਮੇਸ਼ਰ ਆਪਣੇ ਵਚਨ ਦੁਆਰਾ ਸਾਨੂੰ ਉਹ ਗੱਲਾਂ ਪ੍ਰਗਟ ਕਰਕੇ ਦੇਊਗਾ। भंडार तो बहुत भर लिए हमने, ਉਹ ਭੰਡਾਰ ਤਾਂ ਬੜੇ ਭਰੇ ਆ ਸਾਡੇ लेकिन ਕੋਲ। उनमें से काम कौन आना है प्रभु प्रकट करे। ਉਹਨਾਂ ਵਿੱਚੋਂ ਕੰਮ ਕਿਹੜਾ ਹੋਣਾ ਹੈ ਪ੍ਰਭੂ ਨੇ ਪ੍ਰਗਟ ਕਰਨਾ ਹੈ। हालेलुया।
तो पिछले दिनों में बच्चे जो सीख रहे हैं उसी पर थोड़ा हम ध्यान देंगे। ਉਹ ਪਿਛਲੇ ਦਿਨਾਂ 'ਚ ਜੋ ਆਪਾਂ ਪ੍ਰਭੂ ਦਾ ਵਚਨ ਸਿੱਖ ਰਹੇ ਉਹਦੇ ਤੇ ਹੀ ਧਿਆਨ ਦੇਵਾਂਗੇ। ये लास्ट आज की प्रार्थना है, ਇਹ ਅੱਜ ਦੀ ਲਾਸਟ ਪ੍ਰਾਰਥਨਾ ਆ। लेकिन मेरा विश्वास है बहुत आशीषित होंगे। ਮੇਰਾ ਵਿਸ਼ਵਾਸ ਹੈ ਅੱਜ ਅਸੀਂ ਬਹੁਤ ਜ਼ਿਆਦਾ ਬਰਕਤ ਪਾਵਾਂਗੇ। अंदर अंदर एक भूख लेकर बैठे हैं, ਜੇ ਅੰਦਰੇ ਅੰਦਰ ਇੱਕ ਭੁੱਖ ਪਿਆਸ ਲੈ ਕੇ तेरी ਬੈਠਾਂਗੇ, आवाज। ਤੇਰੀ ਆਵਾਜ਼। हालेलुया। हमारे हिंदुस्तान में एक थॉमस आकर पूरे वर्ल्ड को हिला के रख दिया, ਉਹ देश को। ਪ੍ਰਭੂ ਦੇ ਵਚਨ 'ਚ ਲਿਖਿਆ AD 52 ਦੇ ਵਿੱਚ ਜਦ ਥੋਮਸ ਇਸ ਹਿੰਦੁਸਤਾਨ ਦੀ ਧਰਤੀ ਤੇ ਆਇਆ ਉਸਨੇ ਹਿੰਦੁਸਤਾਨ ਹੀ ਹਿਲਾ ਦਿੱਤਾ। ये थॉमस कौन था? ਇਹ ਥੋਮਸ ਕੌਣ ਆ? हर एक बात के ऊपर मानने वाला है। ਹਰ ਇੱਕ ਗੱਲ ਨੂੰ ਮੰਨਣ ਵਾਲਾ आ। यीशु के हाथ में उसके सुराग जो हाथ में कील उसके कील टुके थे, वहां पर उसने हाथ डाल के देखा है। ਉਹ ਜਦ ਪ੍ਰਭੂ ਯਿਸੂ ਮਸੀਹ ਦੇ ਹੱਥਾਂ ਦੇ ਵਿੱਚ ਕਿੱਲਾਂ ਦੇ ਨਿਸ਼ਾਨ ਸੀ ਉਹਨਾਂ ਵਿੱਚ ਉਂਗਲੀਆਂ ਪਾ ਕੇ ਦੇਖਣ ਵਾਲਾ ਵਿਅਕਤੀ आप ਹੈ। बोलोगे तो बेविश्वासी है। ਉਹ ਤੁਸੀਂ ਤਾਂ ਕਹਿ ਸਕਦੇ ਆ ਕਿ ਥੋਮਸ ਨੇ ਵਿਸ਼ਵਾਸ ਨਹੀਂ ਕਰਤਾ, ਉਹ ਬੇਵਿਸ਼ਵਾਸਾ ਆ। तो उसकी मालूम क्या थ्योरी थी, समझ थी? ਉਹ ਉਹਦੀ ਜਿਹੜੀ ਗਿਆਨ ਸੀ ਉਹਦਾ ਤੁਹਾਨੂੰ पता ਆ ਕੀ ਸੀ? कहीं और झूठा तो नहीं आ गया? ਉਹ ਕਿਤੇ ਉਹ ਤਾਂ ਨਹੀਂ ਜਿੰਦੇ ਬਾਰੇ ਸਾਨੂੰ ਦੱਸਿਆ ਗਿਆ ਸੀ। हालेलुया। हमने वो चीज तो देख ली जिसने आके इतना कुछ कर दिया, वो नहीं देखा। ਉਹ ਅਸੀਂ ਉਹ ਇੱਕ ਚੀਜ਼ ਹੀ ਦੇਖ ਲਈ ਪਰ ਜਿਹਨੇ ਇੰਨਾ ਕੁਝ ਕਰ ਦਿੱਤਾ ਉਹ ਨਹੀਂ ਦੇਖਿਆ। तो थॉमस तो बेप्रतीता था, ਉਹ ਤੋਮਾ ਤਾਂ ਬੇਪਰਦੀਤਾ ਸੀ। तो फिर उसने मद्रास में आकर जो किया वो करके दिखाओ। ਉਹ ਜੋ ਉਸਨੇ ਮਦਰਾਸ ਦੇ ਵਿੱਚ ਆਣ ਕੇ ਕੀਤਾ ਉਹ ਕਰਕੇ ਦਿਖਾਓ। जो उसने पूरे हमारे देश में आकर किया वो करके दिखाओ। ਉਹ ਜਦ ਉਹ ਹਿੰਦੁਸਤਾਨ ਦੀ ਧਰਤੀ ਤੇ ਆਇਆ ਤਾਂ ਉਹਨੇ ਜੋ ਕੀਤਾ ਉਹ ਕਰਕੇ ਦਿਖਾਓ। आज भी वीर निकलते उधर से, ਉਹ ਅੱਜ ਵੀ ਉਧਰ ਸੂਰਵੀਰ ਨਿਕਲਦੇ ਆ। आज भी प्रभु के लिए कीमत देने वाले निकलते ਅੱਜ ਵੀ हैं। ਵਚਨ ਦੇ ਯੋਧੇ ਨਿਕਲਦੇ ਉਧਰੋਂ। क्यों? ਕਿਉਂ? बेप्रतीते नहीं थे वो। ਉਹ ਬੇਪਰਦੀਤੇ ਨਹੀਂ ये ਹੈ। बातें सत्य है, ਇਹ ਗੱਲਾਂ ਸਚਾਈ ਹੈ। प्रैक्टिकल में जानती है। ਉਹ ਅਸੀਂ ਇਹਨਾਂ ਗੱਲਾਂ ਨੂੰ ਪੂਰੀ ਤਰ੍ਹਾਂ ਜਾਣਨਾ ਆ। हालेलुया। तो कल जो हमने वचन शुरू किया उसको दोबारा पढ़ेंगे हम। ਆइए ਜੋ ਕੱਲ ਆਪਾਂ ਪ੍ਰਭੂ ਦੇ ਵਚਨ ਚੋਂ ਦੇਖਿਆ ਉਸ ਨੂੰ ਦੁਬਾਰਾ ਪੜਾਂਗੇ। याकूब की पत्री, ਯਾਕੂਬ ਦੀ उसकी ਪੱਤਰੀ 3 अध्याय, ਯਾਕੂਬ 3 ਅਧਿਆਏ उसका हम 14 वचन से दोबारा पढ़ेंगे। 14 वचन तो पढ़ांगे। कल हमने 13 पढ़ा था, 13 तो दोबारा फिर से पढ़ ले। तुम में से ज्ञानवान और समझदार कौन है? तुम में से लिखा ज्ञानवान और समझदार कौन है? ਲਿਖਿਆ ਤੁਹਾਡੇ ਵਿੱਚੋਂ ਸਮਝਦਾਰ ਤੇ ਗਿਆਨੀ ਕੌਣ एक ਆ? सवाल ਇੱਕ है। ਸਵਾਲ ਆ। आज दुनिया भर में ज्ञान की कमी नहीं है। ਅੱਜ ਦੁਨੀਆ ਦੇ ਵਿੱਚ ਗਿਆਨ ਦੀ ਕਮੀ ਨਹੀਂ। YouTube पे देखो कितने ऐसे ऐसे हर दिन आपको ज्ञान सिखाते हैं, ਉਹ ਆਪ ਸੋਸ਼ਲ ਮੀਡੀਆ ਤੇ ਦੇਖੋ ਕਿਸ ਪ੍ਰਕਾਰ ਤੁਹਾਨੂੰ ਗਿਆਨ ਦੀਆਂ ਗੱਲਾਂ ਦੱਸਦੇ ਆ। लेकिन ज्ञान मैंने रात भी आपको बताया, ज्ञान को परमेश्वर कहता मैं ज्ञान माने के ज्ञानों को क्या करूंगा? नष्ट करूंगा। ਅਸੀਂ ਰਾਤ ਵੀ ਦੇਖਿਆ ਕਿ ਪਰਮੇਸ਼ਰ ਕਹਿੰਦਾ ਮੈਂ ਗਿਆਨਵਾਨਾਂ ਦੇ ਗਿਆਨਾਂ ਨੂੰ, ਸਮਝਦਾਰਾਂ ਦੇ ਗਿਆਨਾਂ ਨੂੰ ਨਾਸ਼ ਕਰ ਦੂੰਗਾ। ज्ञान से घमंड उत्पन्न होता है। ਉਹ ਗਿਆਨ ਦੇ ਨਾਲ ਕੱਲਾ ਘਮੰਡ ਹੀ ਆਉਂਦਾ ਆ। रात में हमने सीखा ज्ञान से कभी उद्धार नहीं हो सकता। ਅਸੀਂ ਰਾਤ ਦੇਖਿਆ ਕਿ ਗਿਆਨ ਦੀਆਂ ਗੱਲਾਂ ਦੇ ਨਾਲ ਮੁਕਤੀ ਨਹੀਂ ਮਿਲਦੀ। युवती बहुत बड़े ज्ञानी थे, ਉਹ ਬਹੁਤ ਸਾਰੇ ਲੋਕ ਗਿਆਨੀ ਹੈ। ज्ञान होने के बावजूद भी वो ज्योति में परमेश्वर को पहचान ही नहीं पाए। ਉਹ ਗਿਆਨ ਹੋਣ ਦੇ ਕਾਰਨ ਵੀ ਉਹ ਜੋਤੀਮਾਈ ਪਰਮੇਸ਼ਰ ਨੂੰ ਪਛਾਣ ਨਹੀਂ ਪਾਏ। उनको क्रूस में टांग दिया उन्होंने। ਉਹਨਾਂ ਨੇ ਉਹਨੂੰ ਸਲੀਬ ਦੇ ਉੱਪਰ ਟੰਗ ਦਿੱਤਾ। प्रभु का कार्य ज्ञान से नहीं होता। ਪਰਮੇਸ਼ਰ ਦਾ ਕੰਮ ਜਿਹੜਾ ਗਿਆਨ ਨਾਲ ਨਹੀਂ ਹੁੰਦਾ। ज्ञान सीखना बहुत जरूरी है, ਗਿਆਨ ਰੱਖਣਾ ਬਹੁਤ ਅੱਛੀ ਗੱਲ ਆ। लेकिन ज्ञान वो है जो आपके जीवन को बदल दे। ਗਿਆਨ ਉਹ ਹੈ ਜਿਹੜਾ ਤੁਹਾਡੇ ਜੀਵਨ ਨੂੰ ਬਦਲ ਦੇ। परमेश्वर जो वचन का ज्ञान देता है, ਪਰਮੇਸ਼ਰ ਜਿਹੜਾ ਵਚਨ ਦਾ ਗਿਆਨ ਦਿੰਦਾ परमेश्वर जो ਹੈ। आपसे बात करता है, ਪਰਮੇਸ਼ਰ ਜਿਹੜਾ ਸਾਡੇ ਨਾਲ ਗੱਲਾਂ ਕਰਦਾ ਆ। वो किस लिए बात करता है? ਕਿਸ ਦੇ ਲਈ ਗੱਲ ਕਰਦਾ ਆ? थ्योरी प्रैक्टिकल में हो। ਉਹ ਸਾਡੇ ਜੀਵਨ ਵਿੱਚ ਗੱਲਾਂ ਹੋਣ। वो चाहता कि ये बातें जो मैंने बोली आपके जीवन में आ जाएं। ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਸਾਡੀ ਜ਼ਿੰਦਗੀ ਵਿੱਚ ਆ ਜਾਣ। हालेलुया। प्रभु का वचन हमें लिखा, तुम में समझदार और ज्ञानवान कौन है? ਪ੍ਰਭੂ ਦੇ ਵਚਨ 'ਚ ਲਿਖਿਆ ਤੁਹਾਡੇ ਵਿੱਚ ਸਮਝਦਾਰ ਤੇ ਸਿਆਣਾ ਕੌਣ ਆ? आज हम बोलेंगे हम सारे ही समझदार हैं। ਉਹ ਅਸੀਂ ਅੱਜ ਕਵਾਂਗੇ ਅਸੀਂ ਤਾਂ ਸਾਰੇ ਸਿਆਣੇ ਹੀ ਬੈਠੇ ਆ। मुझे एक से बढ़कर एक बातें पता है। ਉਹ ਸਾਨੂੰ ਇੱਕ ਤੋਂ ਵੱਧ ਇੱਕ ਗੱਲਾਂ ਪਤਾ ਆ। प्रभु का दास ने जो वचन को लिख के बाद में एक क्वेश्चन दे रखा है। ਉਹ ਪ੍ਰਭੂ ਦੇ ਦਾਸ ਨੇ ਸਾਰੀਆਂ ਗੱਲਾਂ ਲਿਖ ਕੇ ਤੇ ਇੱਕ ਕਵਾਚਨ ਦਿੱਤਾ ਆ। लिखा जो ज्ञानवान है वो तो क्या करे? ਉਹ ਲਿਖਿਆ ਜਿਹੜਾ ਸਮਝਦਾਰ ਹੈ ਉਹ ਕੀ ਕਰੇ। पढ़िए प्रभु के वचन से। ਹਾਂਜੀ ਅੱਗੇ ਪੜੀਏ। तुम में ज्ञानवान और समझदार कौन है? हाँ जो ऐसे हो हाँ वह अपने कामों को अच्छे चाल चलन से हाँ। उस नम्रता सहित प्रकट करे। क्या लिखा है? ਕੀ ਲਿਖਿਆ ਆ? लिखा जो ज्ञानवान है, ਜਿਹੜਾ ਸਮਝਦਾਰ ਹੈ, जो ज्ञानवान जिसको पूरा समझ है, ਉਹ ਜਿਹੜਾ ਗਿਆਨਵਾਨ ਤੇ ਜਿਹੜਾ ਪੂਰਾ ਸਿਆਣਾ ਆ, जो समझता मैं मेरे जैसा कोई और ज्ञानवान नहीं है, ਜਿਹੜਾ ਸਮਝਦਾ ਕਿ ਮੇਰੇ ਵਰਗਾ ਕੋਈ ਸਮਝਦਾਰ ਹੀ भी ਨਹੀਂ आपको ਹੈ। चल के दिखा दे।
ਤੂੰ ਚੱਲ ਕੇ ਵਿਖਾ क्या दिखा दे? ਉਸ ਚੱਲ ਕੇ ਵਿਖਾ ਦੇ जे तू खुद ही नहीं चल लिया, ਜੇ ਤੂੰ ਖੁਦ ਹੀ ਨਹੀਂ ਚੱਲ ਪਾਉਂਦਾ तेरा ज्ञान तेरे ऊपर ही सीमित है। ਉਹ ਤੇਰਾ ਗਿਆਨ ਬਸ ਤੇਰੇ ਲਈ ਹੈ ਇਕੱਲੇ ਲਈ जिस ज्ञान ने तेरे जीवन में कुछ काम नहीं किया, दूसरों के अंदर क्या करेगा? ਉਹ ਜੇ ਉਹ ਗਿਆਨ ਨੇ ਤੇਰੇ ਜੀਵਨ 'ਚ ਨਹੀਂ ਕੰਮ ਕੀਤਾ ਤੇ ਦੂਸਰਿਆਂ ਦੇ ਲਈ ਕੀ ਕੰਮ ਕਰੇਗਾ हालेलुया। जो वचन ने मेरे जीवन में काम नहीं किया, मैं वो आपके जीवन में पक्का काम करेगा ही नहीं। ਉਹ ਜਿਹੜਾ ਵਚਨ ਮੇਰੇ ਜੀਵਨ 'ਚ ਨਹੀਂ ਕੰਮ ਕੀਤਾ ਤੁਹਾਡੇ ਜੀਵਨ 'ਚ ਵੀ ਕੰਮ ਨਹੀਂ ਕਰੇਗਾ हालेलुया। पतरस बोलता परदेसी और यात्री की तरह ये जीवन बताओ। ਪਤਰਸ ਕਹਿੰਦਾ ਪਰਦੇਸੀ ਤੇ ਮੁਸਾਫਰ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰੋ वो ऐसे नहीं बोल रहा कुछ बना है। ਉਹ ਇਸ ਤਰ੍ਹਾਂ ਨਹੀਂ ਕਹਿੰਦਾ ਪਹਿਲੋਂ ਖੁਦ ਵੀ ਹੈ हालेलुया। तो वचन की प्रमुख वचन की विधि क्या है? ਪਰਮੇਸ਼ਰ ਦੇ ਵਚਨ ਦਾ ਸੀਮਾ ਕੀ ਹੈ लिखा जो ज्ञानवान है तो क्या करे? ਲਿਖਿਆ ਜਿਹੜਾ ਸਮਝਦਾਰ ਹੈ ਤੇ ਉਹ ਕੀ ਕਰੇ पढ़ने वाला थोड़ा जोर से पढ़ो ना, ਇੱਕ ਜਣਾ ਜਿਹੜਾ ਪੜਦਾ ਉੱਚੀ ਆਵਾਜ਼ ਨਾਲ ਪੜੋ ਪੜੋ पढ़ो थोड़ा। जो ऐसा हो जो ऐसा हो, जो ज्ञानवान जो ऐसा हो, वह अपने कामों को वह अपने कामों से, हाँ अच्छे चाल चलन से हाँ, उस नम्रता सहित प्रकट करे। क्या लिखा है? ਕੀ ਲਿਖਿਆ ਆ जे कोई ज्ञानवान है, ਜੇ ਕੋਈ ਸਮਝਦਾਰ ਹੈਗਾ ਆ जो कोई इस वचन की बातों को समझता है, ਜਿਹੜਾ ਇਹਨਾਂ ਵਚਨ ਦੀਆਂ ਗੱਲਾਂ ਨੂੰ ਸਮਝਦਾ ਆ लिखा वो अपने अच्छे चाल चलन नम्रता सहित इसके द्वारा वो प्रकट करे। ਉਹ ਲਿਖਿਆ ਹੈ ਆਪਣੇ ਚਾਲ ਚੱਲਣ ਨੂੰ ਨਮਰਤਾ ਦੇ ਨਾਲ ਪ੍ਰਗਟ ਕਰੇ मैं देखूंगा भाई को इतना ज्ञान है, ਮੈਂ ਜਾਣਦਾ ਕਿ ਇਹ ਭਰਾ ਨੂੰ ਬੜਾ ਗਿਆਨ ਆ लेकिन ज्ञान ही नहीं भाई, इसका जीवन भी है। ਉਹ ਕੱਲਾ ਇਹਨੂੰ ਗਿਆਨ ਹੀ ਨਹੀਂ ਉਸ ਗਿਆਨ ਦੇ ਅਨੁਸਾਰ ਜੀਵਨ ਵੀ ਹੈ तब मेरे जीवन में कुछ काम होगा। ਤਦ ਮੇਰੇ ਜੀਵਨ ਦੇ ਵਿੱਚ ਕੋਈ ਕੰਮ ਹੋਏਗਾ उस ज्ञान ने क्या काम किया? ਉਸ ਗਿਆਨ ਨੇ ਕਿਹੜਾ ਕੰਮ ਕੀਤਾ मेरे जीवन को बदला। ਮੇਰੇ ਜੀਵਨ ਨੂੰ ਬਦਲ ਦਿੱਤਾ हालेलुया। मेरा चाल चलन बदल दिया। ਮੇਰਾ ਚਾਲ ਚੱਲਣ ਬਦਲ ਦਿੱਤਾ किस लिए? ਕਿਸ ਦੇ ਲਈ क्योंकि इसके अंदर वो ताकत है। ਇਸ ਦੇ ਅੰਦਰ ਉਹ ਤਾਕਤ ਆ नहीं तो ये मैं बोलता हूँ जिस वचन से कुछ काम ना हो, ਉਹ ਮੈਂ ਕਹਿੰਦਾ ਜੇ ਜਿਹੜੇ ਵਚਨ ਨਾਲ ਕੋਈ ਕੰਮ ਹੀ ਨਾ ਹੋਵੇ वो वचन परमेश्वर की ओर से नहीं होता। ਉਹ ਵਚਨ ਪ੍ਰਭੂ ਦੇ ਵੱਲੋਂ ਨਹੀਂ ਹੁੰਦਾ हालेलुया। वो ज्ञान भी किसी काम का नहीं है। ਉਹ ਗਿਆਨ ਵੀ ਕਿਸੇ ਕੰਮ ਦਾ ਨਹੀਂ ये लिखा जिसको ये ज्ञान है ਜਿਸ ਨੂੰ ਇਹ ਗਿਆਨ ਹੈ वो नम्रता सहित, ਉਹ ਆਪਣੇ ਆਪ ਨੂੰ ਨੀਵਾ ਕਰੇ नम्रता सहित ਨੀਵਾ ਕਰਕੇ अपने अच्छे चाल चलन के द्वारा उस ज्ञान को प्रकट करे। ਉਸ ਅੱਛੇ ਚਾਲ ਚੱਲਣ ਦੇ ਦੁਆਰਾ ਪਰਮੇਸ਼ਰ ਨੂੰ ਆਪਣੇ ਜੀਵਨ ਚ ਉੱਚਾ ਕਰੇ परमेश्वर वो यीशु मसीह के विषय में यीशु बोलता तेरी व्यवस्था मेरे अंतःकरण में बसी है। ਉਹ ਪ੍ਰਭु ਯਿਸੂ ਮਸੀਹ ਬੋਲਦਾ ਤੇਰੀ ਜਿਹੜੀ ਵਿਵਸਥਾ ਆ ਮੇਰੇ ਪ੍ਰਾਣ ਦੇ ਵਿੱਚ ਵਸੀ ਹੋਈ ਹੈ वो सिर्फ ज्ञान से नहीं दिख रही थी, ਉਹ ਕੱਲੇ ਗਿਆਨ ਦੇ ਨਾਲ ਨਹੀਂ ਦਿਖ ਰਹੀ वो उसके जीवन में भी हमें प्रभावित करती है। ਉਹਦੇ ਜੀਵਨ ਦੇ ਵਿੱਚ ਵੀ ਸਾਨੂੰ ਪ੍ਰਭਾਵਿਤ ਕਰਦੀ ਹੈ यीशु के नाम पे आज बहुत लोग घुटने टेकते हैं। ਅੱਜ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਹੁਤ ਸਾਰੇ ਲੋਕ ਗੋਡੇ ਟੇਕਦੇ यीशु ਆ ने कोई तलवार लेके काम नहीं किया। ਉਹ ਪ੍ਰਭੂ ਯਿਸੂ ਮਸੀਹ ਨੇ ਹੱਥ 'ਚ ਕੋਈ ਤਲਵਾਰ ਲੈ ਕੇ ਗੋਡੇ ਨਹੀਂ ਟਿਕਾਏ क्यों? ਕਿਉਂ एक जीवन ही ऐसा जी के दिखाया है। ਉਸਨੇ ਆਪਣਾ ਜੀਵਨ ਇਸ ਤਰ੍ਹਾਂ ਦਾ ਜੀ ਕੇ ਦਿਖਾਇਆ ਹੈ उसने काम ही कुछ ऐसे करके दिखाए हैं ਉਸਨੇ ਕੁਝ ਕੰਮ ਹੀ ਇਸ ਤਰ੍ਹਾਂ ਦੇ ਕੀਤੇ जो ਹੈ मुझे उसकी ओर लेकर आते हैं। ਜਿਹੜੇ ਮੈਨੂੰ ਉਸ ਦੇ ਵੱਲ ਲੈ ਕੇ ਜਾਂਦੇ ਆ हालेलुया। तो आगे क्या लिखा पढ़ो उसका 14 वचन। हाँ, पर यदि हाँ, तुम अपने अपने मन में कड़वी ढा और विरोध रखते हो हाँ, तो सत्य के विरोध में घमंड ना करना। हाँ लिखा यदि तुम अपने में आप में कड़वी डाह रखते हो, ਲਿਖਿਆ ਜੇ ਤੁਸੀਂ ਆਪਣੇ ਆਪ ਦੇ ਵਿੱਚ ਕੋਈ ਕੌੜੀ ਗੱਲ ਰੱਖਦੇ ਹੋ तो अपने आप को लिखा सत्य के विषय में घमंड ना करना। ਉਹ ਫਿਰ ਤੁਸੀਂ ਆਪਣੇ ਆਪ ਦੇ ਵਿੱਚ ਵਚਨ ਦੀ ਸੱਚਾਈ ਤੇ ਘਮੰਡ ਨਾ ਕਰਨਾ कई लोग क्या कहते हैं, ਕਈ ਲੋਕ ਕੀ ਕਹਿੰਦੇ ਹਨ मुझे बस ज्ञान है, ਉਹ ਮੈਨੂੰ ਤਾਂ ਗਿਆਨ ਚਾਹੀਦਾ ਹੈ मैंने सच्चाई जान ली है। ਉਹ ਮੈਨੂੰ बस ਸੱਚਾਈ ਦਾ ਪਤਾ ਲੱਗ ਗਿਆ भाई सच्चाई जान ली है तो फिर तेरे जीवन में वो कड़वाहट क्यों? ਉਹ ਜੇ ਤੁਹਾਨੂੰ ਸੱਚਾਈ ਦਾ ਪਤਾ ਲੱਗ ਗਿਆ ਤੇ ਤੇਰੇ ਜੀਵਨ ਦੇ ਵਿੱਚ ਉਹ ਕੌੜਾਪਨ ਕਿਉਂ वो सच्चाई के अंदर तो कोई कड़वा नहीं था। ਉਹ ਸੱਚਾਈ ਜਿਸ ਦੇ ਅੰਦਰ ਆ ਜਾਂਦੀ ਉਹਦੇ ਅੰਦਰ ਤਾਂ ਕੋਈ ਕੜੱਤਣ ਹੀ ਨਹੀਂ ਹੈ सच्चाई हमारा यीशु है, ਉਹ ਸੱਚਾਈ ਸਾਡਾ ਪ੍ਰਭੂ ਯਿਸੂ ਹੈ उसके अंदर तो कोई कड़वापन नहीं था भाई ਉਸ साहब। ਦੇ ਅੰਦਰ ਕੋਈ ਵੀ ਕੌੜੀ ਗੱਲ ਨਹੀਂ ਸੀ उसके अंदर लिखा क्या कड़वी क्या लिखा है हिंदी में क्या लिखा है? हाँ,
ਕੜਵਾਹਟ। कोई कड़वी डाह तुम में ना हो, ਉਹਦੇ ਵਿੱਚ ਲਿਖਿਆ ਕੋਈ ਵੀ ਕੜਵੀ ਗੱਲ ਜਾਂ ਕੜਵੀ ਢਾਹ ਤੁਹਾਡੇ ਵਿੱਚ ਨਾ ਹੋਵੇ। कोई बदला लेने की भावना नहीं थी। ਉਹਦੇ ਅੰਦਰ ਕੋਈ ਵੀ ਬਦਲਾ ਲੈਣ ਦੀ ਭਾਵਨਾ ਨਹੀਂ ਸੀ। मैंने सच्चाई को जाना है, ਜੇ ਮੈਂ ਸੱਚਾਈ ਨੂੰ ਜਾਣ ਲਿਆ वो ਹੈ, चीज जो उस सच्चाई के अंदर है ਉਹ ਜਿਹੜੀ ਚੀਜ਼ ਸੱਚਾਈ ਦੇ ਅੰਦਰ ਆ वो मेरे अंदर भी तो होनी ਉਹ ਮੇਰੇ है। ਅੰਦਰ ਵੀ ਆਉਣੀ ਹੈ। हालेलुया। तो आगे क्या लिखा? उस कड़वी डाह ना हो। आगे तो सत्य के विरोध